ਸਤਿ ਸ਼੍ਰੀ ਅਕਾਲ। ਤੁਸੀਂ ਜੁੜੇ ਹੋਏ ਹੋ ਕੈਨੇਡੀਅਨ 7 ਦੇ ਨਾਲ। ਖਬਰਾਂ ਦਾ ਬੁਲੇਟਿਨ ਲੈ ਕੇ ਮੈਂ ਹਾਜ਼ਰ ਹੋ ਚੁੱਕੀ ਹਾਂ ਸ਼ੀਤਲ ਠਾਕੁਰ। ਆਓ ਝਾਤ ਮਾਰਦੇ ਹਾਂ ਅੱਜ ਦੀਆਂ ਚੋਣਵੀਆਂ ਖਬਰਾਂ ਤੇ। ਅਮਰੀਕਾ ਤਾਲਿਬਾਨੀ ਰਾਹੀਂ ਅਫਗਾਨਿਸਤਾਨ ਦੀ ਮਦਦ ਕਰਨ ਦੇ ਲਈ ਤਿਆਰ ਨਹੀਂ। ਅਮਰੀਕਾ ਦੇ ਵਿੱਚ ਚੀਨੀ ਜਾਸੂਸ ਦੋਸ਼ੀ ਕਰਾਰ ਹੋ ਸਕਦੀ ਹੈ 60 ਸਾਲ ਦੀ ਸਜ਼ਾ। ਫੈਂਟਨੀਅਰ ਦੀ ਓਵਰਡੋਜ਼ ਦੇ ਨਾਲ ਅਮਰੀਕਾ ਦੇ ਵਿੱਚ ਹੋਈਆਂ 61,000 ਮੌਤਾਂ। ਪੱਲਾ ਨੇ ਹੋਬੋਕਨ ਨਿਊ ਜਰਸੀ ਦੇ ਵਿੱਚ ਦੂਜੀ ਵਾਰੀ ਜਿੱਤ ਹਾਸਲ ਕੀਤੀ। ਕੈਨੇਡਾ ਪਹੁੰਚੀ NIA ਟੀਮ ਨੇ ਵੱਖ-ਵੱਖੀ ਸਿੱਖ ਜਥੇਬੰਦੀਆਂ ਸੰਬੰਧੀ ਕੈਨੇਡੀਅਨ ਪੁਲਿਸ ਨਾਲ ਕੀਤੀ ਗੱਲਬਾਤ। ਕੈਨੇਡਾ ਵਿੱਚ ਵਾਪਰੇ ਭਿਆਨਕ ਹਾਦਸੇ ਦੇ ਵਿੱਚ ਅੰਮ੍ਰਿਤਸਰ ਦੇ ਗੁਰਸਿੱਖ ਨੌਜਵਾਨ ਰਵਿੰਦਰ ਸਿੰਘ ਦੀ ਮੌਤ। ਏਅਰ ਕੈਨੇਡਾ ਦੀ ਵੱਡੀ ਕਾਰਵਾਈ, 800 ਤੋਂ ਵੱਧ ਕਰਮਚਾਰੀ ਕੀਤੇ ਮੁਅੱਤਲ। ਕੈਨੇਡਾ ਦੇ ਓਨਟਾਰੀਓ ਦੇ ਵਿੱਚ ਹਿੰਦੂ ਵਿਰਾਸਤੀ ਮਹੀਨੇ ਦੇ ਜਸ਼ਨ ਸ਼ੁਰੂ। ਵਨ ਰੈਂਕ ਵਨ ਪੈਨਸ਼ਨ ਯੋਜਨਾ ਦੇ 6 ਸਾਲ ਪੂਰੇ ਹੋਣ ਤੇ ਬੀਜੇਪੀ ਨੇਤਾਵਾਂ ਨੇ PM ਮੋਦੀ ਨੂੰ ਦਿੱਤੀ ਵਧਾਈ। ਦੀਵਾਲੀ ਦੇ 3 ਦਿਨ ਬਾਅਦ ਵੀ ਦਿੱਲੀ ਦੀ ਹਵਾ ਜ਼ਹਿਰੀਲੀ, ਰਾਜਧਾਨੀ ਦੇ ਵਿੱਚ ਛਾਈ ਰਹੀ ਸੰਘਣੀ ਧੁੰਦ। ਅਰੁਣਾਚਲ ਅਤੇ ਤਿੱਬਤ ਦੇ ਦਰਮਿਆਨ ਵਿਵਾਦ ਵਾਲੇ ਖੇਤਰ ਦੇ ਵਿੱਚ ਚੀਨ ਨੇ ਵਸਾ ਦਿੱਤਾ ਪਿੰਡ। ਪੰਜਾਬ ਪੁਲਿਸ ਦੀ ਸਿੱਟ ਡੇਰਾ ਮੁਖੀ ਤੋਂ ਪੁੱਛਗਿੱਛ ਕਰਨ ਦੇ ਲਈ ਸੁਨਾਰੀਆ ਜੇਲ੍ਹ ਰਵਾਨਾ। ਪੰਜਾਬ ਵਾਸੀਆਂ ਦੇ ਲਈ ਵੱਡੀ ਰਾਹਤ, ਅੱਜ ਤੋਂ ਪੈਟਰੋਲ 95 ਰੁਪਏ ਤੇ ਡੀਜ਼ਲ 83 ਰੁਪਏ ਲੀਟਰ ਮਿਲੇਗਾ। ਮਨੀਸ਼ ਤਿਵਾੜੀ ਨੇ ਘੇਰੀ ਆਪਣੀ ਹੀ ਸਰਕਾਰ, ਟਵੀਟ ਕਰਕੇ ਚੁੱਕੇ ਮੁੱਦੇ। ਹੁਣ ਖਬਰਾਂ ਵਿਸਥਾਰ ਨਾਲ। ਅਮਰੀਕਾ ਨੇ ਕਿਹਾ ਕਿ ਉਹ ਮੌਜੂਦਾ ਸਮੇਂ ਦੇ ਵਿੱਚ ਅਫਗਾਨਿਸਤਾਨ ਦੇ ਵਿੱਚ ਸੱਤਾ ਦੇ ਵਿੱਚ ਕਾਬਜ਼ ਲੋਕਾਂ ਦੇ ਰਾਹੀਂ ਉਸ ਨੂੰ ਅਫਗਾਨਿਸਤਾਨ ਯਾਨੀ ਕਿ ਆਰਥਿਕ ਸਹਾਇਤਾ ਮੁਹੱਈਆ ਕਰਵਾਉਣ ਦੇ ਲਈ ਤਿਆਰ ਨਹੀਂ ਹੈ। ਅਮਰੀਕਾ ਦੇ ਰਾਸ਼ਟਰੀ ਸੁਰੱਖਿਆ ਸਲਾਹਕਾਰ ਜੈਕ ਸੁਲਿਵਨ ਨੇ ਇੱਕ ਨਿਊਜ਼ ਚੈਨਲ ਦੇ ਵਿੱਚ ਕਿਹਾ ਕਿ ਮੌਜੂਦਾ ਸਮੇਂ ਦੇ ਵਿੱਚ ਜੋ ਲੋਕ ਅਫਗਾਨਿਸਤਾਨ ਦੇ ਵਿੱਚ ਸੱਤਾ ਦੇ ਵਿੱਚ ਹਨ, ਉਹਨਾਂ ਦੇ ਰਾਹੀਂ ਅਮਰੀਕਾ ਅਫਗਾਨਿਸਤਾਨ ਨੂੰ ਆਰਥਿਕ ਸਹਾਇਤਾ ਦੇਣ ਦੇ ਲਈ ਤਿਆਰ ਹੈ। ਉਹਨਾਂ ਨੇ ਕਿਹਾ ਕਿ ਅਮਰੀਕਾ ਸਰਕਾਰੀ ਸਮਾਵੇਸ਼ਤਾ ਅਤੇ ਹੋਰ ਪਹਿਲੂਆਂ ਦੇ ਵਿੱਚ ਮਹੱਤਵਪੂਰਨ ਸੁਧਾਰ ਦੇਖਣਾ ਚਾਹੁੰਦਾ ਹੈ। ਉਹਨਾਂ ਨੇ ਇਹ ਵੀ ਕਿਹਾ ਕਿ ਅਮਰੀਕਾ ਇਸ ਮੁੱਦੇ ਤੇ ਦੂਜੇ ਪੱਖ ਦੇ ਨਾਲ ਨਿਯਮਿਤ ਤੌਰ ਤੇ ਚਰਚਾ ਕਰ ਰਿਹਾ ਹੈ। ਉਹਨਾਂ ਨੇ ਕਿਹਾ ਕਿ ਅਸੀਂ ਅਜੇ ਤੱਕ ਅਫਗਾਨਿਸਤਾਨ ਦੇ ਵਿੱਚ ਉੱਥੇ ਮੌਜੂਦ ਲੀਡਰਸ਼ਿਪ ਰਾਹੀਂ ਸਿੱਧੇ ਫੰਡ ਉਪਲਬਧ ਕਰਵਾਉਣ ਦੀ ਸਥਿਤੀ ਦੇ ਵਿੱਚ ਨਹੀਂ ਹਾਂ। ਤਾਲਿਬਾਨ ਉਸ ਸਥਿਤੀ ਦੇ ਵਿੱਚ ਨਹੀਂ ਹੈ ਜੋ ਅਸੀਂ ਚਾਹੁੰਦੇ ਹਾਂ। ਜਦ ਤੱਕ ਅਸੀਂ ਸੱਚਮੁੱਚ ਵਿੱਚ ਸਰਕਾਰ ਤੋਂ ਲੈ ਕੇ ਹਰ ਚੀਜ਼ ਲਈ ਭਰਪੂਰ ਰੂਪ ਦੇ ਨਾਲ ਬਿਹਤਰ ਦ੍ਰਿਸ਼ਟੀਕੋਣ ਨਹੀਂ ਦੇਖਦੇ, ਜਿਸ ਦੇ ਲਈ ਅਸੀਂ ਉਹਨਾਂ ਦੇ ਨਾਲ ਲਗਾਤਾਰ ਗੱਲਬਾਤ ਕਰ ਰਹੇ ਹਾਂ। ਸਾਡਾ ਦ੍ਰਿਸ਼ਟੀਕੋਣ ਅੰਤਰਰਾਸ਼ਟਰੀ ਸੰਗਠਨਾਂ ਅਤੇ ਗੈਰ ਸਰਕਾਰੀ ਸੰਗਠਨਾਂ ਦੇ ਰਾਹੀਂ ਰਾਸ਼ੀ ਮੁਹੱਈਆ ਕਰਵਾਉਣ ਤੇ ਹੈ। ਉਹਨਾਂ ਨੇ ਜ਼ੋਰ ਦੇ ਕੇ ਕਿਹਾ ਕਿ ਅਮਰੀਕਾ ਅਸਲ ਦੇ ਵਿੱਚ ਅਫਗਾਨਿਸਤਾਨ ਦੇ ਲੋਕਾਂ ਦੀ ਅਜਿਹੀ ਸਥਿਤੀ ਪੈਦਾ ਕੀਤੇ ਬਿਨਾਂ ਜਿਸ ਦੇ ਨਾਲ ਅਮਰੀਕਾ ਦੇ ਰਾਸ਼ਟਰੀ ਸੁਰੱਖਿਆ ਹਿੱਤਾਂ ਦੀ ਸਮੱਸਿਆਵਾਂ ਪੈਦਾ ਹੋਣ, ਮਦਦ ਕਰਨ ਦਾ ਸਭ ਤੋਂ ਵੱਡਾ ਤਰੀਕਾ ਮੰਨਦਾ ਹੈ। ਉਧਰ ਅਮਰੀਕੀ ਹਵਾਬਾਜ਼ੀ ਅਤੇ ਐਰੋਸਪੇਸ ਕੰਪਨੀਆਂ ਦੀ ਮਹੱਤਵਪੂਰਨ ਗੁਪਤ ਸੂਚਨਾਵਾਂ ਚੀਨ ਨੂੰ ਦੇਣ ਦੇ ਦੋਸ਼ ਦੇ ਵਿੱਚ ਗ੍ਰਿਫਤਾਰ ਕੀਤੇ ਗਏ ਚੀਨੀ ਜਾਸੂਸ ਨੂੰ ਅਮਰੀਕੀ ਨਿਆਂ ਵਿਭਾਗ ਨੇ ਦੋਸ਼ੀ ਠਹਿਰਾਇਆ। ਨਿਆਂ ਵਿਭਾਗ ਦਾ ਵੀ ਕਹਿਣਾ ਹੈ ਕਿ ਜਾਸੂਸ ਯਾਨਜੂਨ ਜ਼ੂ ਨੂੰ ਆਰਥਿਕ ਜਾਸੂਸੀ ਅਤੇ ਵਪਾਰਕ ਦੀਆਂ ਗੁਪਤ ਸੂਚਨਾਵਾਂ ਚੋਰੀ ਕਰਨ ਦੇ 2 ਮਾਮਲਿਆਂ ਦੇ ਵਿੱਚ ਦੋਸ਼ੀ ਠਹਿਰਾਇਆ ਗਿਆ। ਜਾਣਕਾਰੀ ਦੇ ਮੁਤਾਬਕ ਚੀਨੀ ਜਾਸੂਸ ਨੂੰ ਆਰਥਿਕ ਜਾਸੂਸੀ ਅਤੇ ਵਪਾਰਿਕ ਰਾਜ਼ ਚੋਰੀ ਕਰਨ ਦੇ ਦੋਸ਼ ਦੇ ਵਿੱਚ $50 ਮਿਲੀਅਨ ਦਾ ਜੁਰਮਾਨਾ ਜਾਂ ਫਿਰ 60 ਸਾਲ ਦੀ ਸਜ਼ਾ ਵੀ ਹੋ ਸਕਦੀ ਹੈ। ਚੀਨ ਅਮਰੀਕਾ ਦੇ ਵਿੱਚ ਕਈ ਆਪਰੇਸ਼ਨ ਚਲਾ ਰਿਹਾ ਹੈ। ਇਸ ਦੇ ਕਈ ਜਾਸੂਸ ਅਮਰੀਕਾ ਦੇ ਭੇਦ ਚੀਨ ਤੱਕ ਪਹੁੰਚ ਰਹੇ ਨੇ। FBI ਦੇ ਸਹਾਇਕ ਡਾਇਰੈਕਟਰ ਐਲਨ ਕੋਲਰ ਜੂਨੀਅਰ ਨੇ ਕਿਹਾ ਹੈ ਕਿ FBI ਚੀਨ ਦੀਆਂ ਕਾਰਵਾਈਆਂ ਦਾ ਮੁਕਾਬਲਾ ਕਰਨ ਦੇ ਲਈ ਦਰਜਨਾਂ ਅਮਰੀਕੀ ਏਜੰਸੀਆਂ ਦੇ ਨਾਲ ਕੰਮ ਕਰ ਰਹੀ ਹੈ। ਉਧਰ ਅਮਰੀਕਾ ਸਰਕਾਰ ਦਾ ਕਹਿਣਾ ਹੈ ਕਿ ਮੈਕਸੀਕੋ ਦੇ ਵਿੱਚ ਸਰਗਰਮ ਤਸਕਰਾਂ ਦੇ ਵੱਲੋਂ ਤਸਕਰੀ ਕਰਕੇ ਅਮਰੀਕਾ ਭੇਜਿਆ ਗਿਆ ਬਨਾਉਟੀ ਨਸ਼ੀਲਾ ਪਦਾਰਥ ਫੈਂਟਨੀਅਲ ਮਾਰਚ 2020 ਅਤੇ 2021 ਦੇ ਦਰਮਿਆਨ ਓਵਰਡੋਜ਼ ਦੇ ਨਾਲ ਹੋਣ ਵਾਲੀਆਂ ਲਗਭਗ 61,000 ਮੌਤਾਂ ਦੇ ਲਈ ਜ਼ਿੰਮੇਵਾਰ ਹੈ। ਨਸ਼ੀਲੇ ਪਦਾਰਥਾਂ ਦੀ ਤਸਕਰੀ ਦੇ ਨਾਲ ਜਕੜੀ ਅਮਰੀਕੀ ਸਰਕਾਰ ਨੇ ਮੈਕਸੀਕੋ ਦੇ 4 ਨਸ਼ੀਲੇ ਪਦਾਰਥ ਤਸਕਰਾਂ ਨੂੰ ਫੜਨ ਦੇ ਲਈ ਉਹਨਾਂ ਦੇ ਬਾਰੇ ਸੂਚਨਾ ਦੇਣ ਵਾਲੇ ਨੂੰ $50 ਲੱਖ ਇਨਾਮ ਦੇਣ ਦਾ ਵੀ ਐਲਾਨ ਕੀਤਾ ਹੈ। ਜਿਨ੍ਹਾਂ ਤਸਕਰਾਂ ਨੂੰ ਫੜਨ ਦੇ ਲਈ ਇੰਨੇ ਵੱਡੇ ਇਨਾਮ ਦਾ ਐਲਾਨ ਹੋਇਆ, ਉਹਨਾਂ ਦੇ ਵਿੱਚੋਂ ਜੇਲ੍ਹ ਦੇ ਵਿੱਚ ਬੰਦ ਕੈਂਪੋ ਐਲ ਚਾਪੋ ਗੁਰਜਮੈਨ ਦਾ ਭਰਾ ਔਰਗਲਿਆਨੋ ਗੁਰਜਮੈਨ ਲੋਇਰਾ ਵੀ ਸ਼ਾਮਲ ਹੈ। ਗੁਰਜਮੈਨ ਲੋਇਰਾ ਅਤੇ ਸਾਲ ਗੁਇਰੋ ਨਵਾਜ਼ੇ ਪਰਿਵਾਰ ਦੇ 3 ਭਰਾਵਾਂ ਅਤੇ ਅਮਰੀਕਾ ਦੇ ਵਿੱਚ ਮਾਰੀਜੁਆਨਾ, ਕੋਕੀਨ ਅਤੇ ਫੈਂਟਨਾਈਨ ਦੀ ਤਸਕਰੀ ਦਾ ਉਹਨਾਂ ਦੇ ਉੱਤੇ ਦੋਸ਼ ਹੈ। ਅਮਰੀਕਾ ਦੇ ਵਿਦੇਸ਼ ਵਿਭਾਗ ਨੇ ਕਿਹਾ ਕਿ ਇਹ ਚਾਹੇ ਉੱਤਰੀ ਮੈਕਸੀਕੋ ਸੂਬੇ ਸਿਨਾਲੋਆ ਜਾਂ ਫਿਰ ਚਿਹੁਆਹੁਆ ਦੇ ਵਿੱਚ ਸਰਗਰਮ ਨੇ ਅਤੇ ਸਿਨਾਲੋਹਾ ਗਿਰੋਹ ਦੇ ਮਾਸਟਰਮਾਈਂਡ ਵੀ ਨੇ। ਪਿਊਰਟੋ ਨਸ਼ੀਲੇ ਪਦਾਰਥਾਂ ਦੇ ਕਾਰੋਬਾਰ ਦੇ ਵਿੱਚ ਸ਼ਾਮਲ ਲਗਭਗ 10 ਗਿਰੋਹਾਂ ਦੇ ਵਿਚਾਲੇ ਮੈਕਸੀਕੋ ਦੇ ਦੱਖਣੀ ਤੱਟੀ ਸ਼ਹਿਰ ਦੇ ਵਿੱਚ ਦਬਦਬੇ ਦੀ ਲੜਾਈ ਚੱਲ ਰਹੀ ਹੈ। ਇੱਕ ਦਿਨ ਪਹਿਲਾਂ ਹੀ ਇੱਕ ਰਿਜ਼ੋਰਟ ਦੇ ਵਿੱਚ ਗੋਲੀਬਾਰੀ ਦੇ ਵਿੱਚ 2 ਨਸ਼ੀਲੇ ਪਦਾਰਥ ਤਸਕਰ ਮਾਰੇ ਗਏ ਤੇ 2 ਹਫ਼ਤੇ ਪਹਿਲਾਂ ਇੱਕ ਗਿਰੋਹ ਦੀ ਗੋਲੀਬਾਰੀ ਦੇ ਲਈ ਕੈਲੀਫੋਰਨੀਆ ਦੀ ਇੱਕ ਭਾਰਤੀ ਮੂਲ ਦੀ ਔਰਤ ਅਤੇ ਜਰਮਨੀ ਦੀ ਇੱਕ ਔਰਤ ਸੈਲਾਨੀ ਵੀ ਮੌਤ ਹੋ ਚੁੱਕੀ ਹੈ।
ਉਧਰ ਹੋਬੋਕਨ ਨਿਊ ਜਰਸੀ ਦੇ ਮੇਅਰ ਰਵੀ ਭੱਲਾ ਨੇ ਦੂਜੀ ਵਾਰ ਜਿੱਤ ਹਾਸਲ ਕੀਤੀ ਹੈ। ਹੋਬੋਕਨ ਨਿਊ ਜਰਸੀ ਦੇ ਮੇਅਰ ਰਵੀ ਭੱਲਾ ਨੂੰ 2 ਨਵੰਬਰ ਨੂੰ ਆਪਣੇ ਦੂਜੇ ਕਾਰਜਕਾਲ ਦੇ ਲਈ ਜਨਤਾ ਦੇ ਵੱਲੋਂ ਦੁਬਾਰਾ ਚੁਣਿਆ ਗਿਆ। ਭਾਰਤੀ ਅਮਰੀਕੀ ਅਧਿਕਾਰੀ ਰਵੀ ਭੱਲਾ ਨੂੰ ਇੱਥੇ ਚੋਣ ਵਾਲੇ ਦਿਨ ਆਪਣੀ ਪਤਨੀ ਨਵਨੀਤ ਕੌਰ ਤੇ ਉਸਦੀ ਧੀ ਅਰਜ਼ਾ ਅਤੇ ਪੁੱਤਰ ਸ਼ਾਬੇਗ ਦੇ ਨਾਲ ਦਿਖਾਇਆ ਗਿਆ। ਇੱਕ ਨਿਰਵਿਰੋਧ ਦੌੜ ਦੇ ਵਿੱਚ ਹੋਬੋਕਨ ਨਿਊ ਜਰਸੀ ਦੇ ਮੇਅਰ ਰਵੀ ਭੱਲਾ ਨੇ 2 ਨਵੰਬਰ ਦੀ ਸ਼ਾਮ ਨੂੰ ਆਪਣਾ ਦੂਜਾ ਕਾਰਜਕਾਲ ਜਿੱਤ ਲਿਆ। ਭੱਲਾ ਨੂੰ ਨਿਊ ਜਰਸੀ ਦੇ ਵਿੱਚ ਸਿੱਧੇ ਤੌਰ ਤੇ ਅਹੁਦੇ ਦੇ ਲਈ ਚੁਣੇ ਗਏ ਪਹਿਲੇ ਸਿੱਖ ਅਮਰੀਕੀ ਹੋਣ ਦਾ ਮਾਣ ਵੀ ਪ੍ਰਾਪਤ ਹੋਇਆ। ਉਸਨੇ ਹੋਬੋਕਨ ਸਿਟੀ ਕਾਉਂਸਲ ਦੇ 3 ਵਾਰ ਸੇਵਾ ਕੀਤੀ ਅਤੇ ਫਿਰ 2017 ਦੇ ਵਿੱਚ ਮੇਅਰ ਦੀ ਸੀਟ ਦੇ ਲਈ 6 ਹੋਰਾਂ ਦੀ ਭੀੜ ਵਾਲੀ ਟਿਕਟ ਤੋਂ ਜੇਤੂ ਹੋਏ ਨੇ। ਭੱਲਾ ਨੇ ਉਸ ਸਾਲ ਸਾਬਕਾ ਮੇਅਰ ਡੌਨ ਜ਼ਿਮਰ ਦੀ ਹਮਾਇਤ ਹਾਸਲ ਕਰਕੇ ਆਪਣੀ ਜਿੱਤ ਹਾਸਲ ਕੀਤੀ। ਭੱਲਾ ਸਿਟੀ ਕਾਉਂਸਲ ਦੇ ਲਈ ਚੋਣ ਲੜ ਰਹੇ ਨੇ ਤੇ ਤਿੰਨੋਂ ਲੋਕਾਂ ਜਿਨ੍ਹਾਂ ਦੇ ਵਿੱਚ ਜਿਮ ਡੋਇਲ, ਐਮਿਲੀ ਜਬੇਰ ਅਤੇ ਜੋਏ ਕੁਇੰਟਰੇ ਨਾਲ ਸਲੇਟ ਤੇ ਦੌੜੇ ਨੇ। ਤਿੰਨੋਂ ਸਿਟੀ ਕਾਉਂਸਲ ਦੇ ਉਮੀਦਵਾਰਾਂ ਨੇ ਵੀ ਆਪਣੀਆਂ ਸੀਟਾਂ ਜਿੱਤੀਆਂ ਨੇ। ਮੈਨਹਟਨ, ਨਿਊਯਾਰਕ ਤੋਂ ਨਦੀ ਦੇ ਪਾਰ ਹੋਬੋਕਨ ਦਾ ਕਬਜ਼ਾ 55,000 ਦੇ ਵਸਨੀਕਾਂ ਦੇ ਨਾਲ ਇੱਕ ਵਰਗ ਮੀਲ ਦਾ ਹੈ। ਖੇਤਰ ਦੀ ਸਭ ਤੋਂ ਵੱਡੀ ਚਿੰਤਾ ਹੜ੍ਹਾਂ ਦੇ ਨਾਲ ਹੋਣ ਵਾਲੇ ਨੁਕਸਾਨ ਦੇ ਵਿੱਚੋਂ ਇੱਕ ਹੈ। ਹੋਬੋਕਨ ਨੇ 79% ਨਿਵਾਸੀ ਫੇਮਾ ਦੇ ਨਵੇਂ ਤਟਵਰਤੀ ਉੱਚ ਖਤਰੇ ਜ਼ੋਨ ਦੇ ਵਿੱਚ ਆਉਂਦੇ ਨੇ, ਜਦਕਿ ਭੱਲਾ ਨੇ ਜਦੋਂ ਸਿਟੀ ਕਾਉਂਸਲ ਦੇ ਵਿੱਚ ਪੂਰੀ ਸੇਵਾ ਕੀਤੀ ਉਸਨੇ ਹੋਬੋਕਨ ਦੀ 8 ਏਕੜ ਵਾਧੂ ਹਰੀ ਥਾਂ ਹਾਸਲ ਕਰਨ ਦੇ ਵਿੱਚ ਮਦਦ ਕੀਤੀ ਹੈ। ਕੁਝ ਉੱਗੇ ਡੋਮੇਨ ਦੁਆਰਾ ਇੱਕ ਨਵੀਂ ਯੋਜਨਾ ਦੇ ਜ਼ਰੀਏ ਸ਼ਹਿਰ ਦੇ ਪਾਰਕ ਦੇ ਹੇਠਾਂ ਤੂਫਾਨ ਦੇ ਪਾਣੀ ਦੇ ਭੰਡਾਰਨ ਵਾਲੇ ਟੈਂਕਾਂ ਨੂੰ ਸ਼ਾਮਲ ਕੀਤਾ ਜੋ ਕਿ 500 ਮਿਲੀਅਨ ਗੈਲਨ ਤੱਕ ਦਾ ਪਾਣੀ ਸਟੋਰ ਕਰਦਾ ਹੈ। ਉਧਰ ਬੀਤੇ ਦਿਨੀ ਭਾਰਤ ਦੀ ਨੈਸ਼ਨਲ ਇਨਵੈਸਟੀਗੇਸ਼ਨ ਏਜੰਸੀ NIA ਦੀ ਟੀਮ ਨੇ ਕੈਨੇਡਾ ਦਾ ਦੌਰਾ ਕੀਤਾ, ਜਿੱਥੇ ਉਸਨੇ ਕਈ ਮੁੱਦਿਆਂ ਤੇ ਕੈਨੇਡੀਅਨ ਪੁਲਿਸ ਦੇ ਨਾਲ ਗੱਲਬਾਤ ਕੀਤੀ ਹੈ। NIA ਦੀ ਟੀਮ, ਜਿਸ ਦੀ ਕਿ ਇੰਸਪੈਕਟਰ ਜਨਰਲ ਰੈਂਕ ਦੇ ਅਫਸਰ ਦੇ ਵੱਲੋਂ ਅਗਵਾਈ ਕੀਤੀ ਜਾ ਰਹੀ ਹੈ, 4-5 ਨਵੰਬਰ ਨੂੰ ਕੈਨੇਡਾ ਵਿੱਚ ਪਹੁੰਚ ਚੁੱਕੀ ਸੀ। ਕੈਨੇਡਾ ਵਿਖੇ ਇਸ ਦੀ ਅਹਿਮ ਮੁਲਾਕਾਤ ਰਾਇਲ ਕੈਨੇਡੀਅਨ ਮਾਊਂਟਡ ਪੁਲਿਸ ਦੇ ਅਫਸਰ ਦੇ ਨਾਲ ਸੀ, ਜਿਨ੍ਹਾਂ ਨੇ ਸੱਦੇ ਤੇ ਇਹ ਟੀਮ ਇੱਥੇ ਆਈ ਸੀ। NIA ਨੇ ਇੱਥੇ ਵੱਖਵਾਦੀ ਸਿੱਖ ਜਥੇਬੰਦੀਆਂ ਅਤੇ ਉਹਨਾਂ ਦੇ ਵੱਲੋਂ ਭਾਰਤ ਦੇ ਵਿੱਚ ਕੀਤੀ ਜਾ ਰਹੀ ਫੰਡਿੰਗ ਦੇ ਮਾਮਲਿਆਂ ਦੇ ਵਿੱਚ RCMP ਦੇ ਸੀਨੀਅਰ ਅਧਿਕਾਰੀਆਂ ਦੇ ਨਾਲ ਗੱਲਬਾਤ ਕੀਤੀ ਅਤੇ ਉਸ ਬਾਰੇ ਹੋਰ ਸਬੂਤ ਇਕੱਠੇ ਕਰਨ ਤੇ ਜ਼ੋਰ ਦਿੱਤਾ। ਇਸ ਤੋਂ ਇਲਾਵਾ NIA ਨੇ ਕੈਨੇਡਾ ਦੀ ਇੰਟਰਨੈਸ਼ਨਲ ਕ੍ਰਾਈਮ ਅਤੇ ਕਾਊਂਟਰ ਟੈਰਰਿਜ਼ਮ ਬਿਊਰੋ ਆਫ ਗਲੋਬਲ ਅਫੇਅਰਸ ਕੈਨੇਡਾ ਦੇ ਨਾਲ ਵੀ ਗੱਲਬਾਤ ਕੀਤੀ ਅਤੇ NIA ਦੇ ਵੱਲੋਂ RCMP ਨੂੰ ਵੀ ਭਾਰਤ ਆਉਣ ਦਾ ਸੱਦਾ ਦਿੱਤਾ ਗਿਆ। ਭਾਰਤ ਦੇ ਕੈਨੇਡਾ ਵਿਖੇ ਹਾਈ ਕਮਿਸ਼ਨਰ ਅਜੇ ਬਸਾਰੀਆ ਨੇ ਕਿਹਾ ਕਿ ਦੋਵਾਂ ਮੁਲਕਾਂ ਦੇ ਵੱਲੋਂ ਸਾਂਝੇ ਤੌਰ ਤੇ ਜਾਣਕਾਰੀਆਂ ਇੱਕ ਦੂਜੇ ਦੇ ਨਾਲ ਸ਼ੇਅਰ ਕਰਨ, ਅੱਤਵਾਦ ਪੱਖੀ ਫੰਡਿੰਗ ਨੂੰ ਰੋਕਣ ਅਤੇ ਆਪਸੀ ਸਾਂਝ ਵਧਾਉਣ ਤੇ ਜ਼ੋਰ ਦਿੱਤਾ ਜਾ ਰਿਹਾ ਹੈ। ਭਾਰਤ ਦੇ ਵੱਲੋਂ 6 ਫਾਰ ਜਸਟਿਸ ਨੂੰ ਅੱਤਵਾਦੀ ਜਥੇਬੰਦੀ ਘੋਸ਼ਿਤ ਕਰਨ ਦੇ ਲਈ ਵੀ ਕੈਨੇਡਾ ਅੱਗੇ ਮੰਗ ਰੱਖੀ ਗਈ ਹੈ। ਦੱਸਣਯੋਗ ਹੈ ਕਿ ਕੈਨੇਡਾ ਅਤੇ ਭਾਰਤ ਦੇ ਵਿੱਚ 1987 ਦੇ ਹਵਾਲਗੀ ਸੰਧੀ ਅਤੇ 1994 ਦੀ ਮਿਊਚੁਅਲ ਅਸਿਸਟੈਂਟ ਇਨ ਕ੍ਰਿਮੀਨਲ ਮੈਟਰਸ ਦੀਆਂ ਸੰਧੀਆਂ ਵੀ ਹਨ। ਉਧਰ ਬੀਤੇ ਦਿਨੀ ਕੈਨੇਡਾ ਦੇ ਬਰੈਂਪਟਨ ਦੇ ਵਿੱਚ ਅੰਮ੍ਰਿਤਧਾਰੀ ਗੁਰਸਿੱਖ ਰਵਿੰਦਰ ਸਿੰਘ ਦੀ ਦਰਦਨਾਕ ਹਾਦਸੇ ਦੇ ਵਿੱਚ ਮੌਤ ਹੋ ਗਈ। ਦੀਵਾਲੀ ਵਾਲੀ ਰਾਤ ਸਟਰੀਟਲੈਸ ਐਡਵਾਂਸ ਦੇ ਲਾਗੇ ਇੱਕ ਵੇਅਰ ਹਾਊਸ ਦੇ ਵਿੱਚ ਹੋਏ ਟਰੱਕ ਟ੍ਰੇਲਰ ਦੀ ਦਰਦਨਾਕ ਹਾਦਸੇ ਦੇ ਵਿੱਚ ਉੱਥੇ ਸਿਕਿਉਰਿਟੀ ਗਾਰਡ ਦਾ ਕੰਮ ਕਰਦੇ ਪੰਜਾਬੀ ਨੌਜਵਾਨ ਰਵਿੰਦਰ ਸਿੰਘ ਦੀ ਮੌਤ ਹੋਣ ਦੀ ਮੰਦਭਾਗੀ ਖਬਰ ਸਾਹਮਣੇ ਆਈ ਹੈ। ਰਵਿੰਦਰ ਸਿੰਘ ਵੇਅਰ ਹਾਊਸ ਵਿਖੇ ਜਦੋਂ ਇੱਕ ਟ੍ਰੇਲਰ ਦਾ 에ਅਰਲਾਈਨ ਲੌਕ ਖੋਲ ਰਿਹਾ ਸੀ ਤਾਂ ਅਚਾਨਕ ਟਰੱਕ ਡਰਾਈਵਰ ਨੇ ਟਰੱਕ ਨੂੰ ਟ੍ਰੇਲਰ ਦਾ ਹੁੱਕ ਕਰ ਦਿੱਤਾ, ਜਿਸ ਕਾਰਨ ਪੰਜਾਬੀ ਨੌਜਵਾਨ ਟਰੱਕ ਅਤੇ ਟ੍ਰੇਲਰ ਦੇ ਵਿਚਕਾਰ ਆ ਗਿਆ ਤੇ ਉਸ ਦੀ ਹਾਦਸੇ ਦੇ ਵਿੱਚ ਮੌਕੇ ਦੇ ਉੱਤੇ ਹੀ ਮੌਤ ਹੋ ਗਈ। ਪੰਜਾਬ ਤੋਂ ਅੰਮ੍ਰਿਤਸਰ ਦੇ ਨਾਲ ਪਿਛੋਕੜ ਰੱਖਣ ਵਾਲਾ ਅੰਮ੍ਰਿਤਧਾਰੀ ਗੁਰਸਿੱਖ ਰਵਿੰਦਰ ਸਿੰਘ 2019 ਦੇ ਵਿੱਚ ਅੰਤਰਰਾਸ਼ਟਰੀ ਵਿਦਿਆਰਥੀ ਦੇ ਤੌਰ ਤੇ ਕੈਨੇਡਾ ਆਇਆ ਸੀ। ਨੌਜਵਾਨ ਦੀ ਇਸ ਬੇਵਕਤੀ ਮੌਤ ਦਾ ਜਿੱਥੇ ਪਰਿਵਾਰ ਦੇ ਵਿੱਚ ਕਾਫੀ ਮਾਤਮ ਛਾਇਆ ਹੋਇਆ, ਉੱਥੇ ਹੀ ਉਹਨਾਂ ਦੇ ਕਦੇ ਵੀ ਨਾ ਭੁੱਲਣ ਵਾਲਾ ਉਹਨਾਂ ਨੂੰ ਘਾਟਾ ਪਿਆ। ਉੱਥੇ ਪੰਜਾਬੀ ਭਾਈਚਾਰੇ ਨੂੰ ਵੀ ਉਸ ਨੂੰ ਜਾਣਨ ਵਾਲੇ ਲੋਕਾਂ ਦੇ ਵਿੱਚ ਬੇਹੱਦ ਧੱਕਾ ਲੱਗਿਆ। ਸਥਾਨਕ ਪੁਲਿਸ ਇਸ ਮਾਮਲੇ ਦੀ ਪੂਰੀ ਤਰ੍ਹਾਂ ਤਫਤੀਸ਼ ਕਰ ਰਹੀ ਹੈ। ਰਵਿੰਦਰ ਸਿੰਘ ਦੀ ਮੌਤ ਦਾ ਸੁਣ ਕੇ ਪੰਜਾਬੀ ਭਾਈਚਾਰੇ ਦੇ ਵਿੱਚ ਕਾਫੀ ਸੋਗ ਪਾਇਆ ਜਾ ਰਿਹਾ ਹੈ। ਉਧਰ ਕੈਨੇਡਾ ਦੀ ਸਭ ਤੋਂ ਵੱਡੀ 에ਅਰਲਾਈਨ 에ਅਰ ਕੈਨੇਡਾ ਨੇ ਕੋਵਿਡ-19 ਵਿਰੁੱਧ ਟੀਕਾਕਰਨ ਨਾ ਕਰਵਾਉਣ ਵਾਲੇ 800 ਤੋਂ ਵੱਧ ਕਰਮਚਾਰੀਆਂ ਨੂੰ ਮੁਅੱਤਲ ਕਰ ਦਿੱਤਾ ਹੈ। ਰਿਪੋਰਟਾਂ ਦੇ ਅਨੁਸਾਰ ਬੁੱਧਵਾਰ ਨੂੰ ਇਹ ਜਾਣਕਾਰੀ ਮਿਲੀ ਹੈ ਕਿ ਕੰਪਨੀ ਦੇ ਉਪ ਮੁੱਖ ਕਾਰਜਕਾਰੀ ਅਧਿਕਾਰੀ ਮਾਈਕਲ ਰੂਸੋ ਨੇ ਕਿਹਾ ਕਿ 에ਅਰ ਕੈਨੇਡਾ ਦੇ ਜ਼ਿਆਦਾਤਰ ਕਰਮਚਾਰੀਆਂ ਦਾ ਸੰਘੀ ਕੋਵਿਡ-19 ਨਿਯਮਾਂ ਦੇ ਮੁਤਾਬਕ ਪੂਰੀ ਤਰ੍ਹਾਂ ਟੀਕਾਕਰਨ ਕੀਤਾ ਗਿਆ ਸੀ। ਰੂਸੋ ਨੇ ਕਿਹਾ ਹੈ ਕਿ ਕਰਮਚਾਰੀਆਂ ਨੇ ਆਪਣੇ ਹਿੱਸੇ ਦਾ ਫਰਜ਼ ਨਿਭਾਇਆ ਅਤੇ ਹੁਣ ਤੱਕ 96% ਤੋਂ ਵੱਧ ਕਰਮਚਾਰੀ ਪੂਰੀ ਤਰ੍ਹਾਂ ਟੀਕਾਕਰਨ ਕਰਵਾ ਚੁੱਕੇ ਨੇ। ਜਿਨ੍ਹਾਂ ਕਰਮਚਾਰੀਆਂ ਨੇ ਟੀਕਾਕਰਨ ਨਹੀਂ ਕਰਵਾਇਆ ਜਾਂ ਉਹਨਾਂ ਦੇ ਕੋਲ ਮੈਡੀਕਲ ਜਾਂ ਫਿਰ ਹੋਰ ਮਨਜ਼ੂਰ ਛੁੱਟ ਨਹੀਂ ਹੈ, ਉਹਨਾਂ ਨੂੰ ਬਿਨਾਂ ਤਨਖਾਹ ਵਾਲੀ ਛੁੱਟੀ ਤੇ ਪਾ ਦਿੱਤਾ ਗਿਆ। ਅਕਤੂਬਰ ਦੇ ਵਿੱਚ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੇ ਹਵਾਈ, ਰੇਲ ਅਤੇ ਸ਼ਿਪਿੰਗ ਕੰਪਨੀਆਂ ਨੂੰ ਆਪਣੇ ਕਰਮਚਾਰੀਆਂ ਦੇ ਲਈ 30 ਅਕਤੂਬਰ ਤੱਕ ਟੀਕਾਕਰਨ ਨੀਤੀਆਂ ਸਥਾਪਿਤ ਕਰਨ ਦਾ ਹੁਕਮ ਦਿੱਤਾ ਗਿਆ ਸੀ। ਖਾਸ ਤੌਰ ਤੇ 에ਅਰਲਾਈਨਾਂ ਦੇ ਲਈ ਟੀਕਾਕਰਨ ਦੀ ਲੋੜ ਨੂੰ ਲਾਜ਼ਮੀ ਬਣਾਇਆ ਗਿਆ ਸੀ ਕਿਉਂਕਿ ਉਹਨਾਂ ਦੇ ਕਰਮਚਾਰੀ ਹਵਾਈ ਅੱਡਿਆਂ ਦੇ ਸੀਮਿਤ ਖੇਤਰਾਂ ਦੇ ਵਿੱਚ ਦਾਖਲ ਹੁੰਦੇ ਨੇ। ਇਹਨਾਂ ਦੇ ਵਿੱਚ ਰਿਆਇਤ ਅਤੇ ਪ੍ਰਾਹੁਣਾਚਾਰੀ ਕਰਮਚਾਰੀ ਵੀ ਸ਼ਾਮਲ ਨੇ। ਕੈਨੇਡਾ ਦੇ ਵਿੱਚ ਹੁਣ ਤੱਕ 17,20,355 ਕੋਵਿਡ ਮਾਮਲੇ ਅਤੇ 29,156 ਮੌਤਾਂ ਦਰਜ ਕੀਤੀਆਂ ਗਈਆਂ ਨੇ। ਰੋਜ਼ਾਨਾ ਗਿਣਤੀ ਇਸ ਵੇਲੇ ਘਟ ਜਾ ਰਹੀ ਹੈ। ਪ੍ਰਤੀ ਦਿਨ ਲਗਭਗ 2283 ਨਵੇਂ ਕੇਸ ਦਰਜ ਕੀਤੇ ਜਾ ਰਹੇ ਨੇ।
ਉਧਰ ਹਿੰਦੂ ਫੋਰਮ ਕੈਨੇਡਾ ਦੇ ਦੇਸ਼ ਦੇ ਸਭ ਤੋਂ ਵੱਧ ਆਬਾਦੀ ਵਾਲੇ ਸੂਬੇ ਓਨਟਾਰੀਓ ਦੇ ਵਿੱਚ ਹਿੰਦੂ ਵਿਰਾਸਤੀ ਮਹੀਨਾ ਮਨਾਉਣ ਦੀ ਸ਼ੁਰੂਆਤ ਕੀਤੀ ਗਈ ਹੈ, ਜਿਸ ਦੇ ਵਿੱਚ ਲਗਭਗ 10 ਲੱਖ ਹਿੰਦੂ ਰਹਿੰਦੇ ਨੇ। ਦੇਵੀ ਮੰਦਰ ਪਿਕਰਿੰਗ ਦੇ ਸਹਿਯੋਗ ਦੇ ਨਾਲ ਕੈਨੇਡੀਅਨ ਹਿੰਦੂਆਂ ਦੇ ਕੁਲ ਰੂਟ ਸੰਗਠਨ ਦੇ ਹਿੰਦੂ ਵਿਰਾਸਤੀ ਮਹੀਨਾ ਮਨਾਉਣ ਦੇ ਲਈ ਗ੍ਰੇਟਰ ਟੋਰਾਂਟੋ ਖੇਤਰਾਂ ਦੇ ਵਿੱਚ ਵਿਸ਼ਾਲ ਬਿਲਬੋਰਡ ਪ੍ਰਦਰਸ਼ਿਤ ਕੀਤੇ ਗਏ। ਇਸ ਪ੍ਰੋਗਰਾਮ ਦੇ ਇੱਕ ਮੈਂਬਰ ਨੇ ਵੀ ਕਿਹਾ ਕਿ ਅੱਜ ਦਾ ਦਿਨ ਬਹੁਤ ਹੀ ਖੁਸ਼ੀ ਭਰਪੂਰ ਅਤੇ ਸ਼ੁਭ ਹੈ, ਕਿਉਂਕਿ ਦੇਵੀ ਮੰਦਰ ਅਤੇ ਹਿੰਦੂ ਫੋਰਮ ਕੈਨੇਡਾ ਨੇ ਮਿਲ ਕੇ ਹਿੰਦੂ ਵਿਰਾਸਤੀ ਮਹੀਨਾ ਮਨਾਇਆ ਹੈ। ਦਸੰਬਰ 2016 ਦੇ ਵਿੱਚ ਇਸ ਮਹੀਨੇ ਨੂੰ ਹਿੰਦੂ ਵਿਰਾਸਤੀ ਮਹੀਨੇ ਵਜੋਂ ਘੋਸ਼ਿਤ ਕੀਤਾ ਗਿਆ ਸੀ। ਇਸ ਤੋਂ ਇਲਾਵਾ ਟੋਰਾਂਟੋ ਜ਼ਿਲ੍ਹਾ ਬੋਰਡ ਆਫ ਟਰਸਟੀਜ਼ ਨੇ VOTING ਕੀਤੀ ਅਤੇ ਇਸ ਮਹੀਨੇ ਨੂੰ ਓਮ ਬ੍ਰਹਮੰਡ ਦੀ ਧੁਨੀ ਥੀਮ ਦੇ ਨਾਲ ਪਛਾਣਨ ਦੇ ਬਾਰੇ ਵੀ ਕਿਹਾ। ਇਸ ਸਮਾਗਮ ਦਾ ਉਦਘਾਟਨ ਟੋਰਾਂਟੋ ਦੇ ਵਿੱਚ ਭਾਰਤ ਦੇ ਕੌਂਸਲੇਟ ਜਨਰਲ ਅਪੂਰਵਾ ਸ਼੍ਰੀਵਾਸਤਵ ਨੇ ਕੀਤਾ। ਉਹਨਾਂ ਨੇ ਸਾਰੇ ਭਾਈਚਾਰੇ ਦੇ ਮੈਂਬਰਾਂ ਨੂੰ ਦੀਵਾਲੀ ਦੀਆਂ ਸ਼ੁਭਕਾਮਨਾਵਾਂ ਦਿੱਤੀਆਂ। ਓਨਟਾਰੀਓ ਦੇ ਵਿੱਤ ਮੰਤਰੀ ਪੀਟਰ ਥੈਲਨਫਾਲਵੀ ਨੇ ਹਿੰਦੂ ਫੋਰਮ ਕੈਨੇਡਾ ਨੂੰ ਓਨਟਾਰੀਓ ਦਾ ਪ੍ਰੀਮੀਅਰ ਸੰਦੇਸ਼ ਪੇਸ਼ ਕੀਤਾ। ਉਹਨਾਂ ਨੇ ਕਿਹਾ ਕਿ ਹਿੰਦੂ ਕੈਨੇਡੀਅਨ ਦੇਸ਼ ਦੇ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਈ, ਕਿਉਂਕਿ ਅਸੀਂ ਟਰੈਕ ਤੇ ਹਾਂ ਅਤੇ ਬਹੁਤ ਸੱਭਿਆਚਾਰਕ ਭਾਈਚਾਰੇ ਅਤੇ ਸੰਸਥਾਵਾਂ ਦੇ ਇਸ ਜਾਨਲੇਵਾ ਵਾਇਰਸ ਕੋਵਿਡ-19 ਨੂੰ ਹਰਾਉਣ ਦੇ ਲਈ ਬਿਹਤਰ ਭੂਮਿਕਾ ਨਿਭਾ ਰਹੇ ਹਾਂ। ਸਮਾਰੋਹ ਦੇ ਵਿੱਚ 200 ਤੋਂ ਵੱਧ ਕਮਿਊਨਿਟੀ ਮੈਂਬਰਾਂ ਨੇ ਹਿੱਸਾ ਲਿਆ। ਸਮਾਗਮ ਦੇ ਦੌਰਾਨ ਕੋਰੋਨਾ ਵਾਇਰਸ ਪ੍ਰੋਟੋਕਾਲ ਦੀ ਪਾਲਣਾ ਕਰਦਿਆਂ ਹੋਇਆਂ 2 ਘੰਟੇ ਤੋਂ ਵੱਧ ਸਮੇਂ ਤੱਕ ਭਜਨ ਅਤੇ ਸੱਭਿਆਚਾਰਕ ਨਾਚਾਂ ਦਾ ਪ੍ਰਦਰਸ਼ਨ ਕੀਤਾ ਗਿਆ। ਸਥਾਨਕ ਗੁਰਦੁਆਰਾ ਸਾਹਿਬ ਦੇ ਸਿੱਖ ਆਗੂਆਂ ਦੇ ਨਾਲ ਸਥਾਨਕ ਪੁਲਿਸ ਅਧਿਕਾਰੀ, ਸੂਬਾਈ ਪਾਰਲੀਮੈਂਟ ਦੇ ਮੈਂਬਰ, ਡਿਪਟੀ ਮੇਅਰ ਅਤੇ ਹੋਰ ਪਤਵੰਤੇ ਵੀ ਇਸ ਮੌਕੇ ਹਾਜ਼ਰ ਸਨ। ਗੁਰਦੁਆਰਿਆਂ ਦੇ ਵੱਲੋਂ ਹਿੰਦੂ ਵਿਰਾਸਤੀ ਮਹੀਨੇ ਦੇ ਸਮਾਗਮ ਦੌਰਾਨ ਦੁਪਹਿਰ ਦੇ ਭੋਜਨ ਦਾ ਵੀ ਪ੍ਰਬੰਧ ਕੀਤਾ ਗਿਆ। ਉਧਰ ਵਨ ਰੈਂਕ ਵਨ ਪੈਨਸ਼ਨ ਯੋਜਨਾ ਨੂੰ ਅੱਜ ਪੂਰੇ 6 ਸਾਲ ਹੋ ਚੁੱਕੇ ਨੇ। ਇਸ ਮੌਕੇ ਤੇ ਭਾਜਪਾ ਨੇਤਾਵਾਂ ਨੇ ਪੀਐਮ ਮੋਦੀ ਨੂੰ ਵਧਾਈ ਦਿੱਤੀ ਹੈ। ਗੋਆ ਦੇ ਮੁੱਖ ਮੰਤਰੀ ਪ੍ਰਮੋਦ ਸਾਵੰਤ ਨੇ ਵਨ ਰੈਂਕ ਵਨ ਪੈਨਸ਼ਨ ਦੀ 6ਵੀਂ ਵਰ੍ਹੇਗੰਢ ਦੇ ਮੌਕੇ ਸਾਬਕਾ ਰੱਖਿਆ ਮੰਤਰੀ ਮਨੋਹਰ ਪਾਰਿਕਰ ਨੂੰ ਯਾਦ ਕੀਤਾ। ਪ੍ਰਮੋਦ ਸਾਵੰਤ ਨੇ ਕਿਹਾ ਕਿ 6 ਸਾਲ ਪਹਿਲਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਦੀ ਸ਼ੀਲੀ ਅਗਵਾਈ ਦੇ ਵਿੱਚ ਗੋਆ ਦੇ ਪਿਆਰੇ ਬੇਟੇ ਮਨੋਹਰ ਭਾਈ ਪਾਰਿਕਰ ਨੇ ਵਨ ਰੈਂਕ ਵਨ ਪੈਨਸ਼ਨ ਦੇ ਨਾਲ ਸੰਬੰਧਿਤ ਬਹੁਤ ਸਮੇਂ ਤੋਂ ਉਡੀਕਿਆ ਜਾ ਰਿਹਾ ਫੈਸਲਾ ਲਿਆ ਸੀ। ਉਹਨਾਂ ਨੇ ਕਿਹਾ ਕਿ ਮੈਂ ਫੌਜੀਆਂ ਅਤੇ ਸਾਬਕਾ ਫੌਜੀਆਂ ਦੀ ਭਲਾਈ ਦੇ ਲਈ ਇਸ ਤਰ੍ਹਾਂ ਦੇ ਇਤਿਹਾਸਕ ਨੀਤੀਗਤ ਫੈਸਲਿਆਂ ਦੀ ਅਗਵਾਈ ਕਰਨ ਦੇ ਲਈ ਸਵਰਗੀ ਮਨੋਹਰ ਭਾਈ ਨੂੰ ਯਾਦ ਕਰਦਾ ਹਾਂ ਤੇ ਉਹਨਾਂ ਨੂੰ ਸ਼ਰਧਾਂਜਲੀ ਵੀ ਦਿੰਦਾ ਹਾਂ। ਇਸ ਤੋਂ ਇਲਾਵਾ ਸਾਬਕਾ ਕੇਂਦਰੀ ਮੰਤਰੀ ਰਵਿਸ਼ੰਕਰ ਪ੍ਰਸਾਦ ਨੇ ਕੂ ਤੇ ਕਿਹਾ ਹੈ ਕਿ 6 ਸਾਲ ਪਹਿਲਾਂ ਨਰਿੰਦਰ ਮੋਦੀ ਸਰਕਾਰ ਨੇ ਵਨ ਰੈਂਕ ਵਨ ਪੈਨਸ਼ਨ ਨੂੰ ਲਾਗੂ ਕਰਨ ਦਾ ਇਤਿਹਾਸਕ ਫੈਸਲਾ ਲਿਆ ਸੀ। ਇਸ ਦੇਸ਼ ਦੇ ਉਹਨਾਂ ਦਿੱਗਜਾਂ ਤੇ ਨਾਇਕਾਂ ਨੂੰ ਸਨਮਾਨਿਤ ਕਰਨ ਦੇ ਲਈ ਫੈਸਲਾ ਲਿਆ ਗਿਆ ਸੀ, ਜਿਨ੍ਹਾਂ ਨੇ ਆਪਣਾ ਜੀਵਨ ਬਲੀਦਾਨ ਦੇਣ ਤੋਂ ਕਦੇ ਪਿੱਛੇ ਨਹੀਂ ਹਟੇ ਤਾਂ ਕਿ ਅਸੀਂ ਆਪਣੇ ਪਰਿਵਾਰ ਦੇ ਵਿੱਚ ਸ਼ਾਂਤੀ ਬਣਾ ਕੇ ਰੱਖੀਏ। ਉੱਥੇ ਕੇਂਦਰੀ ਮੰਤਰੀ ਪਿਊਸ਼ ਗੋਇਲ ਨੇ ਕਿਹਾ ਕਿ ਨਿਸ਼ਕਾਮ ਭਾਵ ਦੇ ਨਾਲ ਭਾਰਤ ਦੀ ਸੇਵਾ ਕਰਨ ਵਾਲਿਆਂ ਦੀ ਸੇਵਾ ਕਰਨਾ। 6 ਸਾਲ ਪਹਿਲਾਂ ਸਾਡੇ ਸਾਬਕਾ ਫੌਜੀਆਂ ਦੇ ਲਈ ਵਨ ਰੈਂਕ ਵਨ ਪੈਨਸ਼ਨ ਦੇਣ ਦਾ ਇਤਿਹਾਸਕ ਫੈਸਲਾ ਲਿਆ ਗਿਆ ਸੀ। ਸਰਕਾਰ ਨਰਿੰਦਰ ਮੋਦੀ ਜੀ ਦੀ ਅਗਵਾਈ ਦੇ ਵਿੱਚ ਸਾਡੇ ਹਥਿਆਰਬੰਦ ਬਲਾਂ ਦੀ ਭਲਾਈ ਨੂੰ ਯਕੀਨੀ ਕਰਨ ਦੇ ਲਈ ਵਚਨਬੱਧ ਹੈ, ਜੋ ਕਿ ਦੇਸ਼ ਵਾਸੀਆਂ ਦੀ ਰੱਖਿਆ ਕਰਦੇ ਨੇ। ਸਾਬਕਾ ਕੇਂਦਰੀ ਮੰਤਰੀ ਪ੍ਰਕਾਸ਼ ਜਾਵੜੇਕਰ ਨੇ ਕਿਹਾ ਕਿ 6 ਸਾਲ ਪਹਿਲਾਂ ਵਨ ਰੈਂਕ ਵਨ ਪੈਨਸ਼ਨ ਯੋਜਨਾ ਨੂੰ ਲਾਗੂ ਕਰਕੇ ਮੋਦੀ ਸਰਕਾਰ ਨੇ ਸਾਬਕਾ ਫੌਜੀਆਂ ਨੂੰ ਨਿਆਂ ਦਿੱਤਾ। ਇੱਕ ਮੰਗ ਜੋ ਪਿਛਲੇ 40 ਸਾਲਾਂ ਤੋਂ ਪੂਰੀ ਨਹੀਂ ਹੋਈ ਸੀ, ਮੋਦੀ ਸਰਕਾਰ ਨੇ ਉਹ ਪੂਰੀ ਕੀਤੀ ਹੈ। ਉਧਰ ਦੇਸ਼ ਦੀ ਰਾਜਧਾਨੀ ਦਿੱਲੀ ਦੇ ਵਿੱਚ ਐਤਵਾਰ ਸਵੇਰੇ ਠੰਡ ਰਹੀ ਅਤੇ ਘੱਟੋ-ਘੱਟ ਤਾਪਮਾਨ 14.2 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ, ਜੋ ਕਿ ਮੌਸਮ ਦੇ ਹਿਸਾਬ ਦੇ ਨਾਲ ਆਮ ਹੈ। ਭਾਰਤੀ ਮੌਸਮ ਵਿਗਿਆਨ ਵਿਭਾਗ ਨੇ ਇਹ ਜਾਣਕਾਰੀ ਦਿੱਤੀ ਹੈ। ਵਿਭਾਗ ਨੇ ਦੱਸਿਆ ਕਿ ਸਵੇਰੇ 8:30 ਵਜੇ ਦ੍ਰਿਸ਼ਟਤਾ 70% ਦਰਜ ਕੀਤੀ ਗਈ। ਮੌਸਮ ਵਿਭਾਗ ਨੇ ਸਵੇਰ ਦੇ ਸਮੇਂ ਹਲਕੀ ਧੁੰਦ ਅਤੇ ਦਿਨ ਦੇ ਵਿੱਚ ਤੇਜ਼ ਹਵਾਵਾਂ ਚੱਲਣ ਦੇ ਨਾਲ ਬੱਦਲ ਛਾਏ ਰਹਿਣ ਦੀ ਵੀ ਸੰਭਾਵਨਾ ਜਤਾਈ। ਮੌਸਮ ਵਿਭਾਗ ਦੇ ਅਧਿਕਾਰੀ ਨੇ ਦੱਸਿਆ ਕਿ ਰਾਸ਼ਟਰੀ ਰਾਜਧਾਨੀ ਦੇ ਵਿੱਚ ਜ਼ਿਆਦਾਤਰ ਤਾਪਮਾਨ 28 ਡਿਗਰੀ ਸੈਲਸੀਅਸ ਦੇ ਨੇੜੇ-ਤੇੜੇ ਰਹਿਣ ਦੀ ਸੰਭਾਵਨਾ ਹੈ। ਕੇਂਦਰੀ ਪ੍ਰਦੂਸ਼ਣ ਕੰਟਰੋਲ ਬੋਰਡ ਦੇ ਸਮੀਰ ਐਪ ਦੇ ਅਨੁਸਾਰ ਐਤਵਾਰ ਸਵੇਰੇ 8 ਵਜੇ ਸ਼ਹਿਰ ਦਾ ਹਵਾ ਗੁਣਵੱਤਾ ਸੂਚਕਾਂਕ 437 ਦਰਜ ਕੀਤਾ ਗਿਆ, ਜੋ ਕਿ ਗੰਭੀਰ ਸ਼੍ਰੇਣੀ ਦੇ ਵਿੱਚ ਆਉਂਦਾ ਹੈ। ਉੱਥੇ ਸ਼ਨੀਵਾਰ ਨੂੰ ਇਹ 449 ਸੀ। ਪਾਬੰਦੀ ਦੇ ਬਾਵਜੂਦ ਦੀਵਾਲੀ ਦੇ ਵੱਡੇ ਪੈਮਾਨੇ ਤੇ ਪਟਾਕੇ ਚਲਾਏ ਜਾਣ। ਗੁਆਂਢੀ ਸੂਬਿਆਂ ਦੇ ਵਿੱਚ ਪਰਾਲੀ ਸਾੜਨ ਦੀਆਂ ਘਟਨਾਵਾਂ ਦੇ ਵਿੱਚ ਵਾਧੇ ਕਾਰਨ ਦਿੱਲੀ ਦੇ ਵਿੱਚ ਹਵਾ ਦੀ ਗੁਣਵੱਤਾ ਸਾਲ ਦੇ ਵਿੱਚ ਸਭ ਤੋਂ ਵੱਧ ਖਰਾਬ ਹੋਈ ਹੈ। ਵੀਰਵਾਰ ਦੀ ਰਾਤ ਸ਼ਹਿਰ ਦਾ AQI ਗੰਭੀਰ ਸ਼੍ਰੇਣੀ ਦੇ ਵਿੱਚ ਪਹੁੰਚ ਗਿਆ ਸੀ। ਉੱਥੇ ਹੀ ਰਾਸ਼ਟਰੀ ਰਾਜਧਾਨੀ ਖੇਤਰ ਦੇ ਵਿੱਚ ਦੀਵਾਲੀ ਤੋਂ ਬਾਅਦ ਪ੍ਰਦੂਸ਼ਣ ਕਾਫੀ ਵੱਧ ਗਿਆ। NCR ਦਾ ਗਾਜ਼ੀਆਬਾਦ ਐਤਵਾਰ ਨੂੰ ਸਭ ਤੋਂ ਵੱਧ ਪ੍ਰਦੂਸ਼ਿਤ ਰਿਹਾ। ਸਮੀਰ ਐਪ ਦੇ ਅਨੁਸਾਰ ਐਤਵਾਰ ਨੂੰ ਗਾਜ਼ੀਆਬਾਦ ਦੇ AQI 456 ਦਰਜ ਕੀਤਾ ਗਿਆ, ਜਦਕਿ ਨੋਇਡਾ ਦੇ ਵਿੱਚ 454 ਤੇ ਗ੍ਰੇਟਰ ਨੋਇਡਾ ਦੇ ਵਿੱਚ ਇਹ 381 ਦਰਜ ਕੀਤਾ ਗਿਆ। ਉੱਥੇ ਹੀ ਫਰੀਦਾਬਾਦ ਦੇ ਵਿੱਚ AQI 372, ਗੁਰੂਗ੍ਰਾਮ ਦੇ ਵਿੱਚ 439, ਬਾਗਪਤ ਦੇ ਵਿੱਚ 445 ਦਰਜ ਕੀਤਾ ਗਿਆ। ਉਧਰ ਚੀਨ ਨੇ ਤਿੱਬਤ ਦੇ ਖੁਦਮੁਖਤਿਆਰ ਖੇਤਰ ਅਤੇ ਭਾਰਤ ਦੇ ਅਰੁਣਾਚਲ ਪ੍ਰਦੇਸ਼ ਦਰਮਿਆਨ ਵਾਦ-ਵਿਵਾਦ ਵਾਲੇ ਖੇਤਰ ਅੰਦਰ ਇੱਕ ਵੱਡਾ 100 ਘਰਾਂ ਦਾ ਪਿੰਡ ਵਸਾ ਦਿੱਤਾ ਹੈ। ਅਮਰੀਕੀ ਰੱਖਿਆ ਵਿਭਾਗ ਨੇ ਚੀਨ ਦੇ ਨਾਲ ਜੁੜੇ ਫੌਜੀ ਅਤੇ ਸੁਰੱਖਿਆ ਵਿਕਾਸ ਦੇ ਕਾਂਗਰਸ ਨੂੰ ਪੇਸ਼ ਕੀਤੀ ਆਪਣੀ ਸਾਲਾਨਾ ਰਿਪੋਰਟ ਦੇ ਵਿੱਚ ਦਾਅਵਾ ਕੀਤਾ ਕਿ ਚੀਨੀ ਮੀਡੀਆ ਨੇ ਇਸ ਦੌਰਾਨ ਬੀਜਿੰਗ ਦੇ ਦਾਅਵਿਆਂ ਨੂੰ ਜ਼ੋਰ-ਸ਼ੋਰ ਦੇ ਨਾਲ ਉਠਾਇਆ ਅਤੇ ਭਾਰਤ ਦੇ ਦਾਅਵਿਆਂ ਨੂੰ ਰੱਦ ਕਰਨਾ ਜਾਰੀ ਰੱਖਿਆ। ਇਹ ਵੀ ਕਿਹਾ ਗਿਆ ਕਿ ਚੀਨੀ ਮੀਡੀਆ ਨੇ ਅਸਲ ਕੰਟਰੋਲ ਰੇਖਾ ਦੇ ਨਾਲ ਭਾਰਤ ਦੇ ਬੁਨਿਆਦੀ ਢਾਂਚੇ ਦੇ ਵਿਕਾਸ ਨੂੰ ਪ੍ਰਭਾਵਿਤ ਕਰਨ ਦੀ ਕੋਸ਼ਿਸ਼ ਕੀਤੀ ਹੈ। ਇਸ ਕੰਮ ਦੇ ਲਈ ਚੀਨੀ ਮੀਡੀਆ ਖਿਚਾਅ ਵਧਾਉਣ ਦਾ ਦੋਸ਼ ਭਾਰਤ ਤੇ
ਲਾਉਂਦਾ ਰਿਹਾ। ਚੀਨ ਨੇ ਆਪਣੇ ਦਾਅਵੇ ਵਾਲੇ ਜ਼ਮੀਨ ਤੋਂ ਫੌਜ ਨੂੰ ਹਟਾਉਣ ਤੋਂ ਵੀ ਸਾਫ਼ ਨਾ ਕਰ ਦਿੱਤੀ। ਉਸਨੇ ਸ਼ਰਤ ਰੱਖੀ ਹੈ ਕਿ ਉਹ ਉਦੋਂ ਤੱਕ ਫੌਜ ਨੂੰ ਪਿੱਛੇ ਨਹੀਂ ਹਟਾਏਗਾ ਜਦੋਂ ਤੱਕ ਉਸਦੇ ਦਾਅਵੇ ਵਾਲੀ ਜ਼ਮੀਨ ਤੋਂ ਭਾਰਤੀ ਫੌਜ ਪਿੱਛੇ ਨਹੀਂ ਹਟ ਜਾਂਦੀ ਅਤੇ ਉਸ ਖੇਤਰ ਦੇ ਵਿੱਚ ਬੁਨਿਆਦੀ ਢਾਂਚੇ ਦੇ ਵਿੱਚ ਸੁਧਾਰ ਦੇ ਕੰਮ ਨੂੰ ਰੋਕਿਆ ਨਹੀਂ ਜਾਂਦਾ। ਅਮਰੀਕੀ ਰੱਖਿਆ ਵਿਭਾਗ ਨੇ ਇੱਕ ਰਿਪੋਰਟ ਦੇ ਵਿੱਚ ਦਾਅਵਾ ਕੀਤਾ ਕਿ ਚੀਨ ਨੇ ਭਾਰਤ ਨੂੰ ਅਮਰੀਕਾ ਦੇ ਨਾਲ ਸੰਬੰਧਾਂ ਨੂੰ ਮਜ਼ਬੂਤ ਬਣਾਉਣ ਤੋਂ ਰੋਕਣ ਦੀ ਕੋਸ਼ਿਸ਼ ਕੀਤੀ ਹੈ। ਰਿਪੋਰਟ ਦੇ ਵਿੱਚ ਇਹ ਵੀ ਕਿਹਾ ਗਿਆ ਕਿ ਪੀਪਲਜ਼ ਰਿਪਬਲਿਕ ਆਫ ਚਾਈਨਾ ਦੇ ਅਧਿਕਾਰੀਆਂ ਨੇ ਅਧਿਕਾਰਿਤ ਬਿਆਨਾਂ ਅਤੇ ਕੌਮੀ ਮੀਡੀਆ ਰਾਹੀਂ ਭਾਰਤ ਨੂੰ ਵਾਸ਼ਿੰਗਟਨ ਦੇ ਨਾਲ ਆਪਣੇ ਸੰਬੰਧਾਂ ਨੂੰ ਪੂਰਾ ਕਰਨ ਤੋਂ ਰੋਕਣ ਦੇ ਲਈ ਅਸਫਲ ਯਤਨ ਕੀਤੇ ਨੇ। ਵਿਭਾਗ ਨੇ ਵੀ ਕਿਹਾ ਕਿ ਚੀਨੀ ਅਧਿਕਾਰੀਆਂ ਨੇ ਅਮਰੀਕੀ ਅਧਿਕਾਰੀਆਂ ਨੂੰ ਭਾਰਤ ਦੇ ਨਾਲ ਉਸਦੇ ਸੰਬੰਧਾਂ ਦੇ ਵਿੱਚ ਦਖਲਅੰਦਾਜ਼ੀ ਨਾ ਕਰਨ ਦੀ ਚੇਤਾਵਨੀ ਦਿੱਤੀ ਹੈ। ਪਿਛਲੇ 8 ਮਹੀਨਿਆਂ ਦੇ ਵਿੱਚ ਭਾਰਤ ਅਤੇ ਚੀਨ ਦੇ ਦਰਮਿਆਨ ਸਰਹੱਦੀ ਵਿਵਾਦ ਸੰਬੰਧੀ ਵਿਸਥਾਰ ਦੇ ਨਾਲ ਦੱਸਦਿਆਂ ਹੋਇਆਂ ਇਸ ਦੇ ਵਿੱਚ ਇਹ ਵੀ ਕਿਹਾ ਗਿਆ ਹੈ ਕਿ ਸਰਹੱਦ ਤੇ ਟੈਂਸ਼ਨ ਨੂੰ ਘੱਟ ਕਰਨ ਦੇ ਲਈ ਚੱਲ ਰਹੀ ਡਿਪਲੋਮੈਟਿਕ ਅਤੇ ਫੌਜੀ ਗੱਲਬਾਤ ਦੇ ਬਾਵਜੂਦ PRC ਨੇ LAC ਦੇ ਆਪਣੇ ਦਾਅਵਿਆਂ ਨੂੰ ਮਜ਼ਬੂਤ ਕਰਨ ਦੇ ਲਈ ਵੱਡੀ ਪੱਧਰ ਤੇ ਜੰਗੀ ਕਾਰਵਾਈ ਕਰਨੀ ਜਾਰੀ ਰੱਖੀ ਹੈ। ਰਿਪੋਰਟਾਂ ਦੇ ਵਿੱਚ ਇਹ ਵੀ ਕਿਹਾ ਗਿਆ ਕਿ LAC ਨੇ ਭਾਰਤ ਦੇ ਨਾਲ ਟੈਂਸ਼ਨ ਦੇ ਮਈ 2020 ਦੇ ਅੱਧ ਦੇ ਵਿੱਚ ਚੀਨੀ ਅਤੇ ਭਾਰਤੀ ਫੌਜਾਂ ਦਰਮਿਆਨ ਚੱਲ ਰਹੇ ਡੈਡਲੌਕ ਨੂੰ ਜਨਮ ਦਿੱਤਾ, ਜੋ ਕਿ ਸਰਦੀਆਂ ਦੇ ਮੌਸਮ ਤੱਕ ਚੱਲਿਆ। ਭਾਰਤੀ ਫੌਜ ਅਤੇ PLA ਦਰਮਿਆਨ ਲਦਾਖ ਦੀ ਗਲਵਾਨ ਘਾਟੀ ਦੇ ਵਿੱਚ ਹੋਈਆਂ ਝੜਪਾਂ ਪਿੱਛੋਂ 15 ਜੂਨ 2020 ਨੂੰ ਡੈਡਲੌਕ ਹੋਰ ਵੀ ਵੱਧ ਗਿਆ। ਇਸ ਕਾਰਨ 20 ਭਾਰਤੀ ਜਵਾਨ ਸ਼ਹੀਦ ਹੋ ਗਏ। ਦੋਨਾਂ ਪਾਸਿਆਂ ਤੋਂ ਕਈ ਜਵਾਨ ਜ਼ਖਮੀ ਵੀ ਹੋਏ ਨੇ। ਡੈਡਲੌਕ ਦੇ ਦਰਮਿਆਨ PRC ਦੇ ਅਧਿਕਾਰੀਆਂ ਨੇ ਸੰਕਟ ਦੀ ਗੰਭੀਰਤਾ ਨੂੰ ਘੱਟ ਕਰਨ ਤੇ ਵੀ ਜ਼ੋਰ ਦਿੱਤਾ। ਸਰਹੱਦ ਦੀ ਸਥਿਰਤਾ ਨੂੰ ਬਣਾਈ ਰੱਖਣ ਅਤੇ ਭਾਰਤ ਦੇ ਨਾਲ ਆਪਣੇ ਦੋ ਪਾਸੜ ਸੰਬੰਧੀ ਅਧੀਨ ਹੋਰਨਾਂ ਖੇਤਰਾਂ ਨੂੰ ਨੁਕਸਾਨ ਪਹੁੰਚਾਉਣ ਤੋਂ ਵੀ ਰੋਕਣ ਤੇ ਜ਼ੋਰ ਦਿੱਤਾ ਗਿਆ। ਪੈਂਟਾਗਨ ਨੇ ਕਿਹਾ ਕਿ ਫਰਵਰੀ 2021 ਦੇ ਵਿੱਚ ਚੀਨ ਦੇ ਕੇਂਦਰੀ ਫੌਜੀ ਕਮਿਸ਼ਨ PLA ਦੇ 4 ਫੌਜੀਆਂ ਦੇ ਲਈ ਮਰਨ ਉਪਰੰਤ ਪੁਰਸਕਾਰ ਦਾ ਐਲਾਨ ਕੀਤਾ ਅਤੇ ਉਂਝ ਚੀਨ ਨੇ ਜ਼ਖਮੀਆਂ ਦੀ ਕੁੱਲ ਗਿਣਤੀ ਦਾ ਅਜੇ ਤੱਕ ਕੋਈ ਪਤਾ ਨਹੀਂ ਲੱਗ ਸਕਿਆ। ਉਧਰ ਪੰਜਾਬ ਪੁਲਿਸ ਦੇ IGSPS ਪਰਮਾਰ ਦੀ ਅਗਵਾਈ ਦੇ ਵਿੱਚ ਵਿਸ਼ੇਸ਼ ਜਾਂਚ ਟੀਮ ਨੇ ਸੋਮਵਾਰ ਸਵੇਰੇ ਰਾਜਪੁਰਾ ਤੋਂ ਡੇਰਾ ਮੁਖੀ ਗੁਰਮੀਤ ਰਾਮ ਰਹੀਮ ਸਿੰਘ ਤੋਂ ਪੁੱਛਗਿੱਛ ਦੇ ਲਈ ਸੁਨਾਰੀਆ ਜੇਲ੍ਹ ਦੇ ਲਈ ਰਵਾਨਾ ਹੋਏ ਨੇ। ਪੰਜਾਬ ਦੇ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੇ ਮਾਮਲੇ ਦੇ ਵਿੱਚ ਪੰਜਾਬ ਪੁਲਿਸ ਨੇ 6 ਡੇਰਾ ਪ੍ਰੇਮੀ ਫੜੇ ਹੋਏ ਨੇ। ਇਸ ਮਾਮਲੇ ਦੇ ਵਿੱਚ ਪੰਜਾਬ ਪੁਲਿਸ ਦੀ ਸਿਟੀ ਵੱਲੋਂ ਡੇਰਾ ਮੁਖੀ ਗੁਰਮੀਤ ਰਾਮ ਰਹੀਮ ਦੀ ਪੁੱਛਗਿੱਛ ਦੇ ਲਈ ਪ੍ਰੋਡਕਸ਼ਨ ਵਾਰੰਟ ਦੀ ਚਾਰਜੋਈ ਕੀਤੀ ਜਾ ਰਹੀ ਹੈ। ਅੱਜ ਰਵਾਨਾ ਹੋਈ ਸਿਟੀ ਦੇ ਵਿੱਚ ਹੋਰ ਮੈਂਬਰ SSP ਬਟਾਲਾ ਸੁਖਿੰਦਰ ਸਿੰਘ ਭੁੱਲਰ, DSP ਲਖਵੀਰ ਸਿੰਘ ਅਤੇ ਇੰਸਪੈਕਟਰ ਦਲਵੀਰ ਸਿੰਘ ਵੀ ਸ਼ਾਮਲ ਨੇ। ਇਸ ਤੋਂ ਇਲਾਵਾ ਟੀਮ ਦੀ ਮਦਦ ਲਈ ਥਾਣਾ ਬਾਜ਼ਾਖਾਨਾ ਦੇ SHO ਇਕਬਾਲ ਹੁਸੈਨ, SI ਹਰਪ੍ਰੀਤ ਅਤੇ SI ਰਾਜੇਸ਼ ਕਿੰਗ ਵੀ ਸ਼ਾਮਲ ਨੇ। ਉਧਰ ਪੰਜਾਬ ਦੇ ਵਿੱਚ ਹੁਣ ਪੈਟਰੋਲ 10 ਰੁਪਏ ਤੇ ਡੀਜ਼ਲ 5 ਰੁਪਏ ਸਸਤਾ ਮਿਲੇਗਾ। ਪੰਜਾਬ ਮੰਤਰੀ ਮੰਡਲ ਨੇ ਐਤਵਾਰ ਨੂੰ ਕੀਮਤਾਂ ਦੇ ਵਿੱਚ ਕਟੌਤੀ ਕਰਨ ਦਾ ਐਲਾਨ ਕੀਤਾ। ਇਸ ਕਟੌਤੀ ਦੇ ਨਾਲ ਸੂਬੇ ਦੇ ਵਿੱਚ ਪੈਟਰੋਲ ਦੀ ਕੀਮਤ 105 ਰੁਪਏ ਪ੍ਰਤੀ ਲੀਟਰ ਦੀ ਬਜਾਏ ਹੁਣ 95 ਰੁਪਏ ਪ੍ਰਤੀ ਲੀਟਰ ਹੋਵੇਗੀ। ਇਸੇ ਤਰ੍ਹਾਂ ਡੀਜ਼ਲ ਦੀ ਕੀਮਤ 88 ਰੁਪਏ 75 ਪੈਸੇ ਪ੍ਰਤੀ ਲੀਟਰ ਦੀ ਬਜਾਏ 83 ਰੁਪਏ 75 ਪੈਸੇ ਲੀਟਰ ਹੋਵੇਗੀ। ਮੁੱਖ ਮੰਤਰੀ ਚੰਨੀ ਨੇ ਕਿਹਾ ਕਿ ਇਸ ਫੈਸਲੇ ਦੇ ਨਾਲ ਪੰਜਾਬ ਦੇ ਵਿੱਚ ਕੇਂਦਰ ਸ਼ਾਸਿਤ ਪ੍ਰਦੇਸ਼ ਚੰਡੀਗੜ੍ਹ ਨੂੰ ਛੱਡ ਕੇ ਖਿੱਤੇ ਦੇ ਵਿੱਚ ਤੇਲ ਦੀਆਂ ਕੀਮਤਾਂ ਸਭ ਤੋਂ ਘੱਟ ਨੇ ਅਤੇ ਪੰਜਾਬ ਦੇ ਵਿੱਚ ਡੀਜ਼ਲ ਦੀਆਂ ਕੀਮਤਾਂ ਹੁਣ ਹਰਿਆਣਾ ਤੇ ਰਾਜਸਥਾਨ ਨਾਲੋਂ ਵੀ ਘੱਟ ਨੇ। ਦਿੱਲੀ ਦੇ ਵਿੱਚ ਪੈਟਰੋਲ ਤੇ ਡੀਜ਼ਲ ਦੀਆਂ ਕੀਮਤਾਂ ਕ੍ਰਮਵਾਰ 104 ਰੁਪਏ ਪ੍ਰਤੀ ਲੀਟਰ ਤੇ 86 ਰੁਪਏ ਪ੍ਰਤੀ ਲੀਟਰ ਨੇ ਤੇ ਸੂਬਾ ਸਰਕਾਰ ਨੇ ਇਸ ਫੈਸਲੇ ਨਾਲ ਪੈਟਰੋਲ ਦੀਆਂ ਕੀਮਤਾਂ ਤੇ ਵੈਟ ਦੀਆਂ ਦਰਾਂ ਘਟਾ ਕੇ 27 ਰੁਪਏ 27% ਤੋਂ 15 ਰੁਪਏ 15% ਅਤੇ ਡੀਜ਼ਲ ਤੇ 17 ਰੁਪਏ 57% ਕਰ ਦਿੱਤੀਆਂ ਨੇ। ਉਧਰ ਕਾਂਗਰਸ ਦੇ ਸੀਨੀਅਰ ਆਗੂ ਮਨੀਸ਼ ਤਿਵਾੜੀ ਨੇ BSF ਦੇ ਮੁੱਦੇ ਨੂੰ ਲੈ ਕੇ ਆਪਣੀ ਹੀ ਸਰਕਾਰ ਨੂੰ ਘੇਰਿਆ। ਮਨੀਸ਼ ਤਿਵਾੜੀ ਨੇ ਟਵੀਟ ਕਰਕੇ ਕਾਂਗਰਸ ਤੇ ਸਵਾਲ ਚੁੱਕਦਿਆਂ ਹੋਇਆਂ ਕਿਹਾ ਕਿ ਕੇਂਦਰ ਦੇ ਉਕਤ ਫੈਸਲੇ ਨੂੰ 1 ਮਹੀਨਾ ਹੋਣ ਜਾ ਰਿਹਾ ਹੈ ਅਤੇ ਮਨੀਸ਼ ਤਿਵਾੜੀ ਨੇ ਕਿਹਾ ਕਿ ਸਰਕਾਰ ਨੇ ਅਜੇ ਤੱਕ ਸੁਪਰੀਮ ਕੋਰਟ ਦੇ ਵਿੱਚ ਧਾਰਾ 131 ਤਹਿਤ ਇਸ ਨੂੰ ਲੈ ਕੇ ਚੁਣੌਤੀ ਕਿਉਂ ਨਹੀਂ ਦਿੱਤੀ। ਉਹਨਾਂ ਦਾ ਇਹ ਵੀ ਕਹਿਣਾ ਹੈ ਕਿ ਕੀ ਫੈਸਲੇ ਦਾ ਵਿਰੋਧ ਸਿਰਫ ਇੱਕ ਖਾਨਾ ਪੂਰਤੀ ਹੈ। ਦੱਸਣਯੋਗ ਹੈ ਕਿ ਪੰਜਾਬ ਸਰਕਾਰ ਦੇ ਵੱਲੋਂ BSF ਮੁੱਦੇ ਤੇ ਵਿਸ਼ੇਸ਼ ਇਜਲਾਸ ਸੱਦਿਆ ਗਿਆ। ਅੱਜ ਇਜਲਾਸ ਦੀ ਕਾਰਵਾਈ ਦੇ ਦੌਰਾਨ ਵਿਛੜੀਆਂ ਰੂਹਾਂ ਨੂੰ ਸ਼ਰਧਾਂਜਲੀ ਦਿੱਤੀ ਗਈ, ਜਦਕਿ 11 ਨਵੰਬਰ ਨੂੰ BSF ਮੁੱਦੇ ਤੇ ਸਦਨ ਅੰਦਰ ਵਿਚਾਰ ਚਰਚਾ ਹੋਵੇਗੀ ਤੇ ਸਰਕਾਰ ਦੇ ਵੱਲੋਂ ਕੋਈ ਵੱਡਾ ਫੈਸਲਾ ਵੀ ਲਿਆ ਜਾਵੇਗਾ। ਇਸ ਦੇ ਨਾਲ ਹੀ ਖਬਰਾਂ ਦੇ ਇਸ ਬੁਲੇਟਿਨ ਦੇ ਵਿੱਚ ਅੱਜ ਫਿਲਹਾਲ ਇੰਨਾ ਹੀ। ਆਪਣੀ ਦੋਸਤ ਸ਼ੀਤਲ ਨੂੰ ਦਿਓ ਇਜਾਜ਼ਤ ਤੇ ਤੁਸੀਂ ਜੁੜੇ ਰਹੋ ਕੈਨੇਡੀਅਨ ਸਾਥ ਦੇ ਨਾਲ।